संगत जी अज असी शब्द करांगे मूरत पंच प्रमाण पुरख गुर अर्जन पिखो नयन। असी पंचम पातशाह दे बारे ही इस बारी भी असी थोड़े विचार सांझे करांगे। उन्हां दी शहीदी दे बारे। जदों पंचम पातशाह दी शहीदी हुई उदों पंचम पातशाह दी शहादत तो पहला भी सारे सिख धर्मां च सारे धर्मां दे विच चाहे वो यहूदी धर्म सी चाहे वो इस्लाम धर्म सी चाहे वो सूफी सी सारे धर्मां दे विच शहादतां होईयां शहीदियां होईयां। पर एक पंचम पातशाह धन धन श्री गुरु अर्जन देव पातशाह एक ऐसी शख्सियत ਹਨ जिन्हां दे नाम दे नाल शहीदां दे सिरताज ਇਹ ਉਹਨਾਂ ਦੇ ਨਾਲ ਇਹ ਜੋੜਿਆ ਗਿਆ। ਇਹ ਸ਼ਹੀਦਾਂ ਦੇ ਸਿਰਤਾਜ ਦਾ ਮਾਣ ਇਹ ਪੰਚਮ ਪਾਤਸ਼ਾਹ ਨੂੰ ਮਿਲਿਆ। ਹਾਲਾਂਕਿ ਸਿੱਖ ਧਰਮ ਦੇ ਵਿੱਚ ਪੰਚਮ ਪਾਤਸ਼ਾਹ ਤੋਂ ਪਹਿਲਾਂ ਵੀ ਸ਼ਹੀਦੀ ਹੋਈ ਸੀ। ਭਾਈ ਤਾਰੂ ਜੀ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਸੀ ਉਹਨਾਂ ਨੂੰ ਬਾਬਰ ਨੇ ਸ਼ਹੀਦ ਕੀਤਾ ਸੀ ਤੇ ਇਸ ਲਈ ਪੰਚਮ ਪਾਤਸ਼ਾਹ ਪਹਿਲੇ ਸਿੱਖ ਨਹੀਂ ਸੀ ਜਿਨ੍ਹਾਂ ਨੂੰ ਸ਼ਹੀਦ ਕੀਤਾ। ਪਰ ਪੰਚਮ ਪਾਤਸ਼ਾਹ ਪਹਿਲੇ ਸੀ ਜਿਨ੍ਹਾਂ ਦੇ ਨਾਮ ਦੇ ਨਾਲ ਸ਼ਹੀਦਾਂ ਦੇ ਸਿਰਤਾਜ ਇਹ ਉਹਨਾਂ ਦੇ ਨਾਮ ਦੇ ਨਾਲ ਇਹ ਜੁੜਿਆ। ਕਾਰਨ ਕੀ ਸੀ? ਇਹ ਜੋ ਜਿੰਨੀਆਂ ਵੀ ਸ਼ਹੀਦੀਆਂ ਪਾਤਸ਼ਾਹ ਤੋਂ ਪਹਿਲਾਂ ਹੋਈਆਂ ਉਹਨਾਂ ਦੇ ਨੂੰ ਕੋਈ ਜੀਣ ਦਾ ਆਪਸ਼ਨ ਨਹੀਂ ਸੀ। ਉਹਨਾਂ ਨੂੰ ਸਿਰਫ ਚਾਹੇ ਉਹ ਜੰਗ ਦੇ ਵਿੱਚ ਸ਼ਹੀਦ ਹੋਏ ਚਾਹੇ ਉਹਨਾਂ ਨੂੰ ਪਕੜ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਵਾਸਤੇ ਫਤਵਾ ਜਾਰੀ ਕੀਤਾ ਗਿਆ। ਮੀਨਸ ਉਹਨਾਂ ਨੂੰ ਸਿਰਫ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਕਤਲ ਕੀਤਾ ਜਾਏ ਜਾਂ ਉਹਨਾਂ ਦੀਆਂ ਸ਼ਹੀਦੀਆਂ ਜੰਗਾਂ ਦੇ ਵਿੱਚ ਹੋਈਆਂ। ਪਰ ਉਹਨਾਂ ਨੂੰ ਸਿਰਫ ਇੱਕੋ ਹੀ ਸੀ ਆਪਸ਼ਨ ਸ਼ਹੀਦੀ। ਪਰ ਗੁਰੂ ਪਾਤਸ਼ਾਹ ਦੇ ਕੋਲ ਇਹ ਜਹਾਂਗੀਰ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਦਾ ਹੈ ਕਿ ਜਾਂ ਤੇ ਗੁਰੂ ਅਰਜਨ ਦੇਵ ਦੀਨੇ ਇਸਲਾਮ ਕਬੂਲ ਕਰ ਲੈਣ ਨਹੀਂ ਤੇ ਫਿਰ ਕਤਲ ਹੋਣ ਵਾਸਤੇ ਤਿਆਰ ਹੋਣ। ਪਾਤਸ਼ਾਹ ਨੇ ਜ਼ਿੰਦਗੀ ਨੂੰ ਨਕਾਰ ਕੇ ਜ਼ਿੰਦਗੀ ਜੀਣ ਨੂੰ ਨਕਾਰ ਕੇ ਉਹਨਾਂ ਨੇ ਸ਼ਹੀਦੀ ਪਾਣ ਦਾ ਉਹਨਾਂ ਨੇ ਫੈਸਲਾ ਕੀਤਾ। ਇਸ ਲਈ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਦੇ ਕੋਲ ਇਹ ਆਪਸ਼ਨ ਪਹਿਲੇ ਸੀ। ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਨੂੰ ਇਹ ਆਪਸ਼ਨ ਸੀ ਜਾਂ ਤਾਂ ਤੁਸੀਂ ਦੀਨੇ ਇਸਲਾਮ ਕਬੂਲ ਕਰੋ। ਇਸ ਤੋਂ ਪਹਿਲਾਂ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਕੋ ਕਿਸੇ ਕੋ ਇਹ ਆਪਸ਼ਨ ਨਹੀਂ ਸੀ। ਪਰ ਪਾਤਸ਼ਾਹ ਨੇ ਜ਼ਿੰਦਗੀ ਨੂੰ ਨਕਾਰ ਕੇ ਉਹਨਾਂ ਨੇ ਸ਼ਹਾਦਤ ਕਬੂਲ ਕੀਤੀ। ਇਸ ਲਈ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਔਰ ਪਾਤਸ਼ਾਹ ਦੀ ਜੋ ਸ਼ਹੀਦੀ ਹੋਈ ਇੰਨੀ ਵਿਲੱਖਣ ਇੰਨੀ ਮਹਾਨ ਕਿ ਸੰਗਤ ਜੀ ਅਸੀਂ ਤੇ ਬਿਆਨ ਅਸੀਂ ਤੇ ਸੋਚ ਵੀ ਨਹੀਂ ਸਕਦੇ ਕਿ ਪਾਤਸ਼ਾਹ ਨੇ ਕਿੰਨੀ ਮਹਾਨ ਉਹ ਗੁਰੂ ਸੀ। ਉਹ ਗੁਰੂ ਹੈਗੇ ਪਰ ਜੋ ਗੁਰੂ ਦੇ ਸਿੱਖ ਵੀ ਸੀ ਉਹ ਵੀ ਇੰਨੇ ਮਹਾਨ ਸੀ ਤੇ ਫਿਰ ਗੁਰੂ ਦਾ ਤੇ ਅਸੀਂ ਵਿਖਿਆਨ ਕਰ ਹੀ ਨਹੀਂ ਸਕਦੇ। ਸਾਡੇ ਕੋਲ ਤੇ ਸ਼ਬਦ ਹੀ ਨਹੀਂ ਹੈਗੇ ਉਹਨਾਂ ਨੂੰ ਡਿਸਕ੍ਰਾਈਬ ਕਰਨ ਵਾਸਤੇ ਜਾਂ ਉਹਨਾਂ ਦੀਆਂ ਕੁਆਲਿਟੀਜ਼ ਜਾਂ ਉਹਨਾਂ ਨੂੰ ਅਸੀਂ ਉਹਨਾਂ ਦਾ ਵਰਣਨ ਕਰ ਸਕੀਏ। ਸਾਡੇ ਪਾਸ ਤੇ ਇੰਨੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਉਹ ਦੱਸਣ ਵਾਸਤੇ ਕਿ ਉਹਨਾਂ ਦੀ ਮਹਾਨਤਾ ਨੂੰ ਬਖਾਨ ਕਰਨ ਵਾਸਤੇ। ਸੰਗਤ ਜੀ ਅਸੀਂ ਜਿੰਨੇ ਵੀ ਉਪਰਾਲੇ ਕਰਦੇ ਹਾਂ ਸਾਰੇ ਉਪਰਾਲੇ ਅਸੀਂ ਕਿਸ ਚੀਜ਼ ਵਾਸਤੇ ਕਰਦੇ ਹਾਂ? ਅਸੀਂ ਆਪਣੀ ਬੈਟਰ ਤੋਂ ਬੈਟਰ ਜ਼ਿੰਦਗੀ ਜਾਂ ਸੁੱਖ ਸਾਧਨ ਦੇ ਵਾਸਤੇ ਅਸੀਂ ਉਪਰਾਲੇ ਕਰਦੇ ਹਾਂ। ਪਰ ਜਿੰਨੀ ਵੀ ਤਿਆਰੀਆਂ ਹੁੰਦੀਆਂ ਹੈ ਜਾਂ ਜਿੰਨਾ ਵੀ ਅਸੀਂ ਸਤਿਗੁਰੂ ਕੋ ਵਾਹਿਗੁਰੂ ਕੋ ਜਿੰਨੀਆਂ ਵੀ ਅਰਦਾਸਾਂ 'ਚ ਅਸੀਂ ਮੰਗਦੇ ਹਾਂ ਅਸੀਂ ਸੁੱਖ ਹੀ ਸੁੱਖ ਮੰਗਦੇ ਹਾਂ। ਪਰ
दुख कोई नहीं मांगदा, जिंदगी सब मांगते ने, कोई भी मरण की तैयारी नहीं करता। जिंदगी जीण दे ते रोज़ उपराले हुंदे ने। अगर असी अज भी अगर घर दे अंदर छुप के बैठ रहे हैं तो असी जीण वास्ते छुप के बैठ रहे हैं। असी अगर अज साडा भी कुछ सिर भी दुखदा है या कुछ भी अगर साडे दर्द उठदी है तो असी अगर डॉक्टर के पास जाने तो असी अपने आप नू बचाण वास्ते, अपने आप की जिंदगी नू रखण वास्ते असी ये सारे उपराले करते हैं। चाहे वो दवाई खानी होए, चाहे चाहे कुछ भी साधन करना होए। अगर असी पाठ भी करते हाँ तो असी अपने सुखां वास्ते ही पाठ करते हैं। असी वाहिगुरू को यही मांगते हैं कि बाबा जी साडे घर च सुख रखियो। असी दुख दे वास्ते कोई भी तैयार नहीं हुंदा, कोई भी तैयारी नहीं करता। पर जदों कबीर जी की कहते ने कि जह मरने सब जगत तरास्या, कि पूरा संसार, पूरा जगत इसनू किसदा भै रहिंदा है? इनू मरण दा भै रहिंदा है। और अगे की कहते ने, सो मरना गुरु शबद प्रगास्या, पर जिहदे मन दे अंदर शबद दा प्रकाश हो जाता है, ਉਹਦੇ मन दे अंदरों फिर मरण दा भै, मौत दा भै, ये इस चीज़ां तो वो फिर मुक्त हो जाता है। तो ये किस तरह हुंदा है? ये सिर्फ गुरु दी किरपा दे नाल ही, गुरु दे शब्दां राही ही ये प्रकाश हुंदा है कि ये सारियां चीज़ां तो सानू मुक्ति प्राप्त मिले। सारिਆਂ नालों वड्डा भै ते सिर्फ मौत दा ही भै हुंदा है। तो ये नाल फिर हुण पंचम पातशाह ने की फरमाया है? उन्होंने क्या है, सबना सहरे वंजना सब मुकलावण हार। ये असी शब्द पहला कर चुके हैं, कियो सिंगार मिलन के ताई, कि अगर सारिया ने सहरे जाना है, सारिया नू सानू सब नू पता है कि इत्थे असी परमानेंट नहीं हाँ, पर फिर भी असी कोई इन्ने अच्छे काम नहीं करते कि साड़ी उस दरगाह दे विच साडा इज्जत सानू मिले। असी वो कोई काम नहीं करते। असी पाठ जरूर करते हैं, पर असी वो उपदेश सतगुरां दे नहीं कमांदे कि सानू दरगाह दे विच सानू जगह मिले। असी कोई अच्छा कर्म नहीं करते। पर पातशाह की कहते ने कि सबना सहरे वंजना सब मुकलावण हार, नानक धन सुहागणी जिन सह नाल प्यार, कि ओही जिन्नू अपने पति दे नाल, जिन्नू अपने परमेश्वर दे नाल प्यार हुंदा है, वो फिर की करता है? जिस तरह असी अपनी धी भैन नू सिखाने आ कि सौरे जाना है तो तुसी उसे किद्दां सुचज्जे बन के रहना है कि तुहाडे उत्थे इज्जत मान तुहानू मिले, और साडे घर दी भी इज्जत वधे कि तुसी किस घरों आए हो। तो इसलिए सतगुरु कहते हैं कि अगर सब ने उत्थे ही जाना है तो फिर क्यों ना चंगा बनया जाए। तो फिर ये जदों अवस्था हो जाती है, जदों मन चों भै निकल जाता है, जदों शब्द मन च वास कर जाता है, तो उदों फिर अवस्था किस तरह की हो जाती है कि जिस मरने ते जग डरै, मेरे मन आनंद, मरने ही ते पाइए पूरन परमानंद। ते पातशाह दी शहादत असी उन्हां नूं कहने आ शांति दे पुंज, सहजता दे पुंज, निमरता दे पुंज। ते जदों पातशाह नूं देग च उबालिया जा रहा सी ते साईं मियाँ मीर जी ने उन्हां दे अगे बेनती कीती कि पातशाह जे तुहाडी आग्या होए ते दुश्मनां दा मैं सर्वनाश कर दां। हालांकि साईं मियाँ मीर जी खुद बड़े करामाती सी, वो आप बहुत शक्तियां दे मालिक सीगे। पर पातशाह ने उन्होंने की कहा, साईं जी दुश्मन कौन है? साडा दुश्मन साईं जी दसो साडा दुश्मन केड़ा है? साडा ते दुश्मन कोई नहीं, असी ते सारियां दे, साडा कोई दुश्मन नहीं, सारे साडे मित्र ही ने। ते उन्होंने साईं जी ने कहा फिर कि पातशाह तुहानू पीड़ा हुंदी होएगी, तुहानू दर्द हुंदा होएगा। ते पातशाह ने की कहा कि साईं जी भाणे विच दर्द कैसा, तेरा किया मीठा लागे। सतगुरां ने सानू आप भाणे विच रहना दस्या कि भाणे विच किस तरह रहीदा। उन्होंने
ਸਾਡੇ ਵਾਸਤੇ ਐਗਜ਼ਾਮਪਲ ਸੈਟਅਪ ਕਰਕੇ ਗਏ ਕਿ ਬਾਣੇ 'ਚ ਵਾਹਿਗੁਰੂ ਦੇ ਬਾਣੇ 'ਚ ਕਿਸ ਤਰ੍ਹਾਂ ਰਹੀਦਾ। ਤੇ ਗੁਰਦਾਸ ਜੀ ਇਹ ਉਹਦੇ 'ਚ ਲਿਖਦੇ ਨੇ ਕਿ ਗੁਰੂ ਅਰਜਨ ਵਿਟੋ ਕੁਰਬਾਨੀ, ਕਿ ਮੈਂ ਉਹਨਾਂ ਦੀ ਕੁਰਬਾਨੀ ਤੋਂ ਕੁਰਬਾਨ ਜਾਣਨਾ ਹੈ, ਉਹਨਾਂ ਦੀ ਕੁਰਬਾਨੀ ਤੋਂ ਮੈਂ ਕੁਰਬਾਨ ਜਾਣਨਾ ਹੈ। ਕਿ ਉਹਨਾਂ 'ਚ ਅਡੋਲਤਾ ਐਨੀ ਸੀ, ਸਹਿਜਤਾ ਐਨੀ ਸੀ ਕਿ ਜਿਸ ਤਰ੍ਹਾਂ ਦਰਿਆ ਦੇ ਵਿੱਚ ਮੱਛੀ ਹੁੰਦੀ ਹੈ, ਕੀ ਲਿਖਦੇ ਨੇ ਕਿ ਰਹਿੰਦੇ ਗੁਰੂ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਹਿੰਦੇ ਨੇ ਕਿ ਪਾਤਸ਼ਾਹ ਜਦੋਂ ਦੇਗ ਦੇ ਵਿੱਚ ਬੈਠੇ ਹੋਏ ਸੀ, ਉਬਲਦੇ ਪਏ ਸੀ ਦੇਗ ਦੇ ਵਿੱਚ, ਤੇ ਉਹਨਾਂ ਦੇ ਮਨ ਇੰਨਾ ਸ਼ਾਂਤ ਸੀ, ਉਹਨਾਂ ਦੀ ਅਵਸਥਾ ਇੰਨੀ ਅਡੋਲ ਸੀ, ਉਹ ਇੰਨੇ ਸਹਿਜ ਸੀ ਕਿ ਉਹ ਇਸ ਤਰ੍ਹਾਂ ਬੈਠੇ ਹੋਏ ਸੀ ਕਿ ਜਿਸ ਤਰ੍ਹਾਂ ਇੱਕ ਮੱਛੀ ਪਾਣੀ ਦੇ ਵਿੱਚ, ਸ਼ੀਤਲ ਜਲ ਦੇ ਵਿੱਚ ਆਨੰਦ ਮਾਣ ਰਹੀ ਹੁੰਦੀ ਹੈ। ਤੇ ਫਿਰ ਉਹ ਅੱਗੇ ਕੀ ਲਿਖਦੇ ਨੇ ਕਿ ਉਹ ਇਸ ਤਰ੍ਹਾਂ, ਜਿਸ ਤਰ੍ਹਾਂ ਪਾਤਸ਼ਾਹ, ਜਿਸ ਤਰ੍ਹਾਂ ਇੱਕ ਪਤੰਗਾ ਜਦੋਂ ਤਤੀ ਤਵੀ ਤੇ ਬੈਠੇ ਸੀ, ਨੀਚੇ ਅੱਗ ਬਲ ਰਹੀ ਸੀ, ਤੇ ਉਹ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਲਾਈਟ ਵੱਲ ਕੋਈ ਅਟਰੈਕਟ ਹੋ ਕੇ ਪਤੰਗਾ ਖੁਸ਼ੀ ਜਾਂਦਾ ਹੈ, ਔਰ ਉਹਨੂੰ ਪਤਾ ਹੈ ਕਿ ਉਹਨੇ ਉੱਥੇ ਜਾ ਕੇ ਉਹਨੇ ਮਰ ਜਾਣਾ ਹੈ। ਪਰ ਪਾਤਸ਼ਾਹ ਵੀ ਐਨੇ ਸ਼ਾਂਤ, ਐਨੇ ਅਡੋਲ, ਕਿਉਂਕਿ ਉਹ ਖੁਦ ਉਸ ਜਗ੍ਹਾ ਤੇ ਆਪ ਚੱਲ ਕੇ ਗਏ ਸੀ ਜਿੱਥੇ ਉਹਨਾਂ ਨੂੰ ਸ਼ਹੀਦੀ ਹੋਈ, ਜਿੱਥੇ ਪਾਤਸ਼ਾਹ ਦੀ ਸ਼ਹਾਦਤ ਹੋਈ, ਉੱਥੇ ਪਾਤਸ਼ਾਹ ਆਪ ਤੁਰ ਕੇ ਗਏ ਸੀ। ਕਿਸ ਤਰ੍ਹਾਂ ਤੁਰ ਕੇ ਗਏ ਸੀ? ਜਿਸ ਤਰ੍ਹਾਂ ਮ੍ਰਿਗ ਇੱਕ ਰਾਗ ਪਿੱਛੇ ਉਹ ਬੰਦਿਆ ਚਲਾ ਜਾਂਦਾ ਹੈ ਕਿ ਉਸ ਵਾਸਤੇ ਉਤੇ ਰਾਗ ਦੇ ਪਿੱਛੇ ਇੰਨਾ ਮਸਤ ਹੋ ਕੇ ਚਲਾ ਜਾਂਦਾ ਹੈ ਕਿ ਉਹ ਸ਼ਿਕਾਰੀ ਦੇ ਕੋਲ ਆਪ ਜਾ ਕੇ ਚਲਾ ਜਾਂਦਾ ਹੈ। ਕਿ ਉਸੇ ਤਰ੍ਹਾਂ ਪਾਤਸ਼ਾਹ ਖੁਦ ਉੱਥੇ ਜਾ ਕੇ ਆਪਣੀ ਸ਼ਹਾਦਤ ਵਾਸਤੇ ਗਏ। ਤੇ ਸ਼ਹਾਦਤ ਦੇ ਵੀ ਕਾਰਨ ਅਸੀਂ ਪਿਛਲੀ ਵਾਰ ਦੇਖੇ ਸੀ, ਕਿਉਂਕਿ ਇੰਨਾ ਸਿੱਖੀ ਪ੍ਰਚਾਰ ਪ੍ਰਫੁੱਲਿਤ ਹੋ ਗਿਆ ਸੀ, ਇੰਨਾ ਜ਼ਿਆਦਾ ਹੋ ਗਿਆ ਸੀ ਸਿੱਖੀ ਪ੍ਰਚਾਰ ਕਿ ਉੱਥੇ ਜਿਹੜੇ ਛੋਟੇ ਮੱਤ ਸੀਗੇ, ਚਾਹੇ ਉਹ ਸਖੀ ਸਰਵਰ ਦਾ ਮੱਤ ਸੀ, ਚਾਹੇ ਉਹ ਨਕਸ਼ਬੰਦੀ ਦਾ ਮੱਤ ਸੀ, ਇਹ ਜੋ ਛੋਟੇ ਮੱਤ ਸੀਗੇ ਇਹ ਬੰਦ ਹੋਣੇ ਸ਼ੁਰੂ ਹੋ ਗਏ ਸੀ। ਤੇ ਜੋ ਉੱਥੇ ਕਵੀ ਵੀ ਆਏ ਸੀ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਪਾਤਸ਼ਾਹ ਨੇ ਉਹਨਾਂ ਦੀਆਂ ਰਚਨਾਵਾਂ ਦਰਜ ਕਰਨ ਵਾਸਤੇ ਮਨਾਹੀ ਕਰਤੀ, ਪਰ ਪਾਤਸ਼ਾਹ ਨੂੰ ਸੰਪਾਦਨਾ ਕਰਨ ਦੀ ਜ਼ਰੂਰਤ ਕਿਸ ਤਰ੍ਹਾਂ ਪਈ? ਕਿਉਂਕਿ ਕੁਝ ਸਿੱਖ ਪਾਤਸ਼ਾਹ ਦੇ ਕੋਲ ਗਏ, ਉਹਨਾਂ ਨੇ ਕਿਹਾ, ਉਹਨਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ, ਜੋ ਸਿੱਖ ਤੁਹਾਡੇ ਚਰਨਾਂ ਦੇ ਵਿੱਚ ਰਹਿੰਦੇ ਨੇ, ਜੋ ਸਿੱਖ ਤੁਹਾਡੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਤੇ ਆਪ ਜੀ ਦੀ ਬਾਣੀ ਪਤਾ ਹੈ, ਉਹਨਾਂ ਨੂੰ ਤੇ ਆਪ ਜੀ ਦੀ ਬਾਣੀ ਕੰਠ ਵੀ ਹੈ, ਪਰ ਪਾਤਸ਼ਾਹ ਜੋ ਸਿੱਖ ਆਪ ਜੀ ਤੋਂ ਦੂਰ ਨੇ, ਉਹ ਸਿੱਖ ਦੁਬਿਧਾ ਵਿੱਚ ਫਸ ਜਾਂਦੇ ਨੇ, ਕਿਉਂਕਿ ਗੁਰੂ ਨਾਨਕ ਨਾਮ ਜੀ ਦੇ ਨਾਮ, ਉਹਨਾਂ ਦੀ ਬਾਣੀ ਦੇ ਨਾਲ ਕਈ ਸਿੱਖ ਹੋਰ ਵਿੱਚ ਆਪਣੀਆਂ ਬਾਣੀਆਂ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੋੜੀ ਜਾ ਰਹੇ ਸੀ। ਤੇ ਇਸ ਲਈ ਪਾਤਸ਼ਾਹ ਨੇ ਕਿਹਾ, ਕਹਿੰਦੇ ਨੇ ਠੀਕ ਹੈ, ਅਸੀਂ ਐਸੀ ਸੰਪਾਦਨਾ ਕਰਾਂਗੇ ਬਾਣੀ ਦੀ ਕਿ ਉਹਦੇ ਵਿੱਚ ਕੋਈ ਵੀ ਇੱਕ ਅੱਖਰ ਨਾ ਕੋਈ ਘਟਾ ਸਕੇਗਾ, ਨਾ ਕੋਈ ਵਧਾ ਸਕੇਗਾ। ਇਸ ਲਈ ਸੰਗਤ ਜੀ, ਅਸੀਂ ਦੇਖਦੇ ਹਾਂ ਜਦੋਂ ਪੂਰਾ ਸ਼ਲੋਕ ਖਤਮ ਹੁੰਦਾ ਹੈ ਤੇ ਸ਼ਲੋਕ ਦੀ ਸਮਾਪਤੀ ਦੇ ਉੱਤੇ ਉਹਦੇ ਉੱਤੇ ਬੜੇ ਲੰਬੇ ਨੰਬਰਸ ਲਿਖੇ ਹੁੰਦੇ ਨੇ, ਤੇ ਇਸੇ ਲਈ ਉਹ ਨੰਬਰਾਂ ਦੇ ਉੱਤੇ ਉਹਨਾਂ ਨੂੰ ਅਗਰ ਅਸੀਂ ਟੋਟਲਿੰਗ ਕਰੀਏ, ਤੇ ਉਹ ਅੱਜ ਕੱਲ੍ਹ ਮੈਂ ਉਹਦੇ ਤੇ ਥੋੜਾ ਪੜ੍ਹ ਰਹੀ ਹਾਂ ਕਿ ਅਗਰ ਉਹਨਾਂ ਨੂੰ ਅਸੀਂ ਟੋਟਲ ਕਰਕੇ ਦੇਖਦੇ ਹਾਂ, ਉਹਦੇ ਪੂਰੇ ਸ਼ਲੋਕ ਦੇ ਵਿੱਚ ਜਾਂ ਪੂਰੇ ਸ਼ਬਦ ਦੇ ਵਿੱਚ ਕਿੰਨੇ ਅਕਸ਼ਰ ਨੇ ਔਰ ਕਿੰਨੀਆਂ ਮਾਤਰਾਵਾਂ ਨੇ, ਇਹ ਸਾਰਾ ਉਹਦੇ ਵਿੱਚ ਟੋਟਲ ਲਿਖਿਆ ਹੁੰਦਾ ਹੈ ਉਹ ਨੰਬਰਸ ਦੇ ਵਿੱਚ। ਇਸ ਲਈ ਕੋਈ ਵੀ ਉਹਦੇ ਵਿੱਚ ਇੱਕ ਅਕਸ਼ਰ ਵੀ ਨਾ ਕੋਈ ਵਧਾ ਸਕਦਾ ਹੈ, ਈਵਨ ਕੰਨਾ ਸਿਹਾਰੀ ਵੀ ਉਹਦੇ ਅੰਦਰ ਨਾ ਕੋਈ ਘਟਾ ਸਕਦਾ, ਨਾ ਕੋਈ ਵਧਾ ਸਕਦਾ। ਇਸੇ ਲਈ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਕੀਤੀ, ਜਿਹਦੇ ਵਿੱਚ ਇਹ ਉਹਨਾਂ ਦੀਆਂ ਰਚਨਾਵਾਂ ਨੂੰ ਉਹਨਾਂ ਨੇ ਮਨਾਹੀ ਕੀਤੀ। ਉਹਦੇ ਵਿੱਚ ਫਿਰ ਇਹ ਵੀ ਕਾਰਨ ਬਣਿਆ
ਕਿ ਜੋ ਉਹਨਾਂ ਦੇ ਉਹ ਕਵੀ ਸੀਗੇ ਉਹ ਵਿੱਚ ਇੱਕ ਕਵੀ ਚੰਦੂ ਨਾਲ ਰਿਲੇਟਡ ਸੀਗਾ। ਤੇ ਇਸ ਤਰ੍ਹਾਂ ਕਾਰਨ ਕਈ ਬਣਦੇ ਗਏ ਜਿਹਦੇ ਵਿੱਚ ਕਿ ਇਹ ਉਹਨਾਂ ਦੀ ਸ਼ਹਾਦਤ ਦੇ ਇਹ ਸਹਿਯੋਗੀ ਬਣਦੇ ਗਏ ਉਹਨਾਂ ਦੀ ਪਾਤਸ਼ਾਹ ਦੀ ਸ਼ਹਾਦਤ ਵਾਸਤੇ। ਤੇ ਜਦੋਂ ਸਿੱਖੀ ਦੀ ਜਦੋਂ ਇਹ ਜਹਾਂਗੀਰ ਕੀ ਕਹਿੰਦਾ ਹੈ, ਜਹਾਂਗੀਰ ਕਹਿੰਦੇ ਇਸ ਤੋਂ ਪਹਿਲਾਂ ਵੀ ਜਦੋਂ ਅਕਬਰ ਦੇ ਟਾਈਮ ਤੇ, ਕਿਉਂਕਿ ਜਹਾਂਗੀਰ ਨੇ ਆਪਣੇ ਆਟੋਬਾਇਓਗ੍ਰਾਫੀ 'ਚ ਲਿਖੀ ਹੈ ਕਿ ਮੈਂ ਕਈ ਸਾਲਾਂ ਤੋਂ ਇਹ ਸੁਣਦਾ ਆ ਰਿਹਾ ਹਾਂ ਕਿ ਇਹ ਕਈ ਜਨਰੇਸ਼ਨਸ ਤੋਂ ਇਹਨਾਂ ਨੇ ਝੂਠ ਦੀ ਦੁਕਾਨ, ਇਹਨਾਂ ਨੇ ਸਿੱਖੀ ਪ੍ਰਚਾਰ ਨੂੰ ਉਹਨਾਂ ਨੇ ਵਰਡਸ ਯੂਜ਼ ਕੀਤੇ, ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਹੈ। ਤੇ ਇਸ ਤੋਂ ਪਹਿਲਾਂ ਵੀ ਇੱਕ ਜੋ ਬੀਰਬਲ, ਜੋ ਅਕਬਰ ਦੇ ਟਾਈਮ ਤੇ ਬੀਰਬਲ ਸੀ, ਅਕਬਰ ਦੇ ਨਾਲ ਬੀਰਬਲ ਰਹਿੰਦਾ ਸੀ, ਉਹਨੇ ਵੀ ਪਾਤਸ਼ਾਹ ਨੂੰ ਇੱਕ ਵਾਰੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਕਿਸ ਤਰ੍ਹਾਂ? ਕਿਉਂਕਿ ਉਹ ਨਹੀਂ ਚਾਹੁੰਦਾ ਸੀ, ਪ੍ਰਚਾਰ ਸਿੱਖਾਂ ਦਾ ਬਹੁਤ ਹੋ ਰਿਹਾ ਸੀ, ਸਿੱਖੀ ਪ੍ਰਚਾਰ ਉਦੋਂ ਬਹੁਤ ਜ਼ਿਆਦਾ ਹੋ ਰਿਹਾ ਸੀ। ਤੇ ਉਹਨੇ ਕੀ ਕਿਹਾ, ਪਾਤਸ਼ਾਹ ਨੂੰ ਕੀ ਕਿਹਾ ਕਿ ਤੁਸੀਂ ਆਪਣੇ ਝੂਠ ਦੀ ਦੁਕਾਨ ਬੰਦ ਕਰੋ, ਮੈਂ ਅਫਗਾਨਿਸਤਾਨ ਜਾ ਰਿਹਾ ਹਾਂ, ਮੈਂ ਤੁਹਾਨੂੰ ਆ ਕੇ ਤੁਹਾਡੇ ਤੇ ਹਮਲਾ ਕਰਾਂਗਾ। ਤੇ ਪਾਤਸ਼ਾਹ ਨੇ ਮੁਸਕਰਾ ਕੇ ਉਹਨੂੰ, ਬੀਰਬਲ ਨੂੰ ਕੀ ਕਿਹਾ ਸੀ, ਉਦੋਂ ਉਹਨਾਂ ਦਾ ਨਾਮ ਬੀਰਬਲ ਨਹੀਂ ਹੁੰਦਾ ਸੀ, ਉਦੋਂ ਉਹਨਾਂ ਦਾ ਨਾਮ ਹੁੰਦਾ ਸੀ ਮਹੇਸ਼ ਦਾਸ। ਤੇ ਪਾਤਸ਼ਾਹ ਨੇ ਕੀ ਕਿਹਾ ਸੀ, ਕਹਿੰਦੇ ਮਹੇਸ਼ ਦਾਸ ਤੁਸੀਂ ਆਓਗੇ ਤਾਂ ਦੇਖਾਂਗੇ। ਤੇ ਪਰ ਅਫਗਾਨਿਸਤਾਨ ਵਿੱਚ ਹੀ ਬੀਰਬਲ ਦਾ ਕਤਲ ਹੋ ਜਾਂਦਾ ਹੈ। ਤੇ ਇਹ ਕਿੰਨੇ ਕਾਰਨ ਸੀਗੇ ਜੋ ਕਿ ਪਾਤਸ਼ਾਹ ਦੇ ਸ਼ਹਾਦਤ ਵਾਸਤੇ ਇਹ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰਦੇ ਸੀ, ਜਿਹਦੇ ਪਿੱਛੇ ਇਹ ਪਾਤਸ਼ਾਹ ਦੀ ਸ਼ਹਾਦਤ ਦਾ ਉਹਨੇ ਹੁਕਮ ਜਾਰੀ ਕੀਤਾ ਸੀ। ਤੇ ਇਹ ਵੀ ਜੋ ਇਹ ਹੈਗੀ ਹੈ ਯਾਸਾ, ਜੋ ਇਹ ਚੰਗੇਜ਼ ਖਾਨ ਨੇ ਕਾਨੂੰਨ ਬਣਾਇਆ ਸੀ, ਇਹ ਉਦੋਂ ਇਹ ਕਾਨੂੰਨ ਦਾ ਨਾਮ ਸੀ ਯਾਸਾ। ਇਹ ਕਾਨੂੰਨ ਇਹਦੇ ਵਿੱਚ ਇਹ ਆਂਦਾ ਸੀ ਕਿ ਜੋ ਵੀ ਕੋਈ ਮਹਾਂਪੁਰਖ ਨੂੰ ਸਜ਼ਾ ਦਿੱਤੀ ਜਾਏਗੀ ਤੇ ਉਹਦਾ ਖੂਨ ਧਰਤੀ ਤੇ ਨਹੀਂ ਗਿਰਨਾ ਚਾਹੀਦਾ। ਇਸੇ ਲਈ ਪਾਤਸ਼ਾਹ ਨੂੰ ਇਹੋ ਜਿਹੇ ਤਸੀਹੇ ਦਿੱਤੇ ਕਿ ਉਹਨਾਂ ਦਾ ਖੂਨ ਨੀਚੇ ਨਾ ਗਿਰੇ। ਪਰ ਸੰਗਤ ਜੀ, ਇਹ ਤੇ ਸੀਗਾ ਕਿ ਪਾਤਸ਼ਾਹ ਨੂੰ ਇਹੋ ਜਿਹੀ ਸ਼ਹਾਦਤ ਦਿੱਤੀ ਕਿ ਖੂਨ ਉਹਨਾਂ ਦਾ ਨਾ ਗਿਰੇ, ਪਰ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦਾ ਸੀਸ ਕੱਟਿਆ ਗਿਆ ਤੇ ਕਿਆ ਉਹਨਾਂ ਦਾ ਖੂਨ ਨਹੀਂ ਗਿਰਿਆ ਹੋਏਗਾ? ਤੇ ਕਿਆ ਪਾਤਸ਼ਾਹ ਕਿਆ ਐਸੀ ਸ਼ਖਸੀਅਤ ਨਹੀਂ ਸੀ, ਮਹਾਂਪੁਰਸ਼ ਨਹੀਂ ਸੀ? ਉਹ ਵੀ ਇੰਨੇ ਵੱਡੀ ਹੀ ਸ਼ਖਸੀਅਤ ਸੀ, ਮਹਾਂਪੁਰਸ਼ ਸੀ, ਪਰ ਉਹਨਾਂ ਦੇ ਸਮੇਂ ਤੇ ਉਹਨਾਂ ਦਾ ਸੀਸ ਕਿਉਂ ਕੱਟਿਆ ਗਿਆ? ਉਹਨਾਂ ਦਾ ਸੀਸ ਇਸ ਲਈ ਕੱਟਿਆ ਗਿਆ ਕਿਉਂਕਿ ਜਦੋਂ ਇਹ ਚੰਗੇਜ਼ ਖਾਨ ਦਾ ਕਾਨੂੰਨ, ਇਹ ਜਦੋਂ ਔਰੰਗਜ਼ੇਬ ਦੇ ਆਉਣ ਤੱਕ, ਇਹ ਪਹਿਲਾਂ ਇਹ ਮੁਗਲਾਂ ਦਾ ਕਾਨੂੰਨ ਹੁੰਦਾ ਸੀ, ਇਹ ਮੰਗੋਲੀਅਨ ਕਾਨੂੰਨ ਹੁੰਦਾ ਸੀ, ਤੇ ਇਹ ਚੰਗੇਜ਼ ਖਾਨ ਉਸ ਟਾਈਮ ਦੇ ਕਾਨੂੰਨ ਆਂਦੇ ਜਦੋਂ ਤੱਕ ਇਹ ਔਰੰਗਜ਼ੇਬ ਤੱਕ ਆ ਗਏ ਤੇ ਉਦੋਂ ਇਸਲਾਮ ਦਾ ਇੰਨਾ ਜ਼ਿਆਦਾ ਹੋ ਗਿਆ ਸੀ, ਪ੍ਰਭਾਵ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹਨਾਂ ਨੇ ਕਿਹਾ ਕਿ ਅਗਰ ਇਸਲਾਮ 'ਚ ਤੁਸੀਂ ਕਿਸੇ ਨੂੰ, ਇਸਲਾਮ ਧਰਮ ਵਿੱਚ ਤੁਸੀਂ ਕਿਸੇ ਨੂੰ ਲਿਆਉਣਾ ਹੈ ਤੇ ਉਹ ਤੁਸੀਂ ਤੇਗ ਦੀ ਜ਼ੋਰ ਤੇ ਹੀ ਕਰ ਸਕਦੇ ਹੋ। ਤੇ ਇਸੇ ਲਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤੇ ਉਸ ਸਮੇਂ ਤਲਵਾਰ ਵਰਤੀ ਗਈ, ਔਰ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਦੋਂ ਇਹ ਯਾਸਾ ਦਾ ਕਾਨੂੰਨ ਵਰਤਿਆ ਗਿਆ ਕਿ ਉਹਨਾਂ ਦਾ ਖੂਨ ਨਹੀਂ ਡੁੱਲਣਾ ਚਾਹੀਦਾ। ਤੇ ਇਹਦੇ 'ਚ ਇੱਕ ਅਸੀਂ ਦੇਖਦੇ ਹਾਂ ਸੰਗਤ ਜੀ ਕਿ ਗੁਰੂ ਅਰਜਨ ਪਾਤਸ਼ਾਹ ਖੁਦ ਕਿੰਨੇ ਹੀ, ਜਦੋਂ ਗੁਰੂ ਅਰਜਨ ਪਾਤਸ਼ਾਹ ਦੇ ਜਿਹੜੇ ਸਿੱਖ ਵੀ ਸੀ, ਅਗਰ ਗੁਰੂ ਅਰਜਨ ਪਾਤਸ਼ਾਹ ਦੇ ਸਿੱਖ ਇੰਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਕਰ ਸਕਦੇ ਸੀ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਗੁਰੂ ਹੋਣ ਦੇ ਨਾਤੇ, ਉਹ ਸਿੱਖਾਂ ਦੇ ਗੁਰੂ ਹੋਣ ਦੇ ਨਾਤੇ ਕਿੰਨੀ ਸ਼ਕਤੀਆਂ ਦੇ ਮਾਲਕ ਸੀਗੇ, ਕਿੰਨੀਆਂ ਕਰਾਮਾਤਾਂ ਦੇ ਮਾਲਿਕ ਸੀਗੇ, ਪਰ ਸਾਡੇ ਗੁਰੂਆਂ ਨੇ ਹਮੇਸ਼ਾ ਕਰਾਮਾਤ ਦਿਖਾਉਣ ਤੋਂ ਸੰਕੋਚ ਕੀਤਾ। ਇੱਕ ਛੋਟੀ ਜਿਹੀ ਸਾਖੀ ਹੈ ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਿੱਖ ਦੀ,
ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਭਾਈ ਸੰਤ ਰਾਮ ਜੀ। ਭਾਈ ਸੰਤ ਰਾਮ ਜੀ ਗੁਰੂ ਦੇ ਸਿੱਖ ਸੀ। ਇਹਨਾਂ ਨੇ ਉਪਦੇਸ਼ ਲਿੱਤੇ। ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਧੁਰ ਕੀ ਬਾਣੀ ਦੇ ਨਾਲ ਜੁੜੋ। ਉਹ ਬਾਣੀ ਦੇ ਨਾਲ ਜੁੜੇ। ਬਾਣੀ ਦਾ ਇੰਨਾ ਰੰਗ ਚੜਿਆ ਸੰਤ ਰਾਮ ਜੀ ਨੂੰ ਕਿ ਉਹਨਾਂ ਨੂੰ ਬਾਣੀ ਕੰਠ ਹੋ ਗਈ। ਤੇ ਜਦੋਂ ਬਾਣੀ ਕੰਠ ਹੋ ਗਈ ਤੇ ਆਪਣੀ ਰੋਜ਼ ਦੀ ਜੀਵਿਕਾ ਵਾਸਤੇ ਕੋਈ ਨਾ ਕੋਈ ਤੇ ਕਿਰਤ ਕਰਨੀ ਸੀ, ਕਿਉਂਕਿ ਸਤਿਗੁਰਾਂ ਦਾ ਤੇ ਉਪਦੇਸ਼ ਸੀ ਕਿ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਕੇ ਛਕਣਾ ਹੈ। ਤੇ ਕਿਰਤ ਕਰਨ ਵਾਸਤੇ ਉਹਨਾਂ ਨੇ ਸਰਕਾਰੀ ਨੌਕਰੀ ਕੀਤੀ। ਸਰਕਾਰੀ ਨੌਕਰੀ ਕੀ ਕੀਤੀ? ਜਹਾਂਗੀਰ ਦੇ ਦਰਬਾਰ ਦੇ ਵਿੱਚ ਦਰਬਾਨ ਸੀਗੇ। ਤੇ ਨਾਲ ਤੇ ਨੌਕਰੀ ਕਰਦੇ, ਨਾਲੇ ਤੇ ਦਰਬਾਨਗਿਰੀ ਕਰਦੇ, ਤੇ ਨਾਲ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਰਬਾਰ ਦੇ ਵਿੱਚ ਜਿਹੜੇ ਬਾਹਰ ਦਰਬਾਨ ਖੜੇ ਹੁੰਦੇ ਨੇ ਤੇ ਦੋ ਖੜੇ ਹੁੰਦੇ ਨੇ ਆਮੋ ਸਾਹਮਣੇ, ਤੇ ਉਹਨਾਂ ਨੇ ਕੀ ਕਰਨਾ? ਨਾਲੇ ਤੇ ਖੜੇ ਰਹਿਣਾ, ਨਾਲ ਆਪਣੇ ਮੁਖ ਦੇ ਵਿੱਚ ਬਾਣੀ ਜਪਦੇ ਰਹਿਣਾ। ਤੇ ਉਹਨਾਂ ਦੇ ਨਾਲ ਇੱਕ ਹੋਰ ਸਿੱਖ ਸੀ। ਉਹਨਾਂ ਦੇ ਨਾਲ ਜਦੋਂ ਦੇਖਣਾ, ਜਿਸ ਤਰ੍ਹਾਂ ਕਿ ਅਸੀਂ ਬਾਣੀ 'ਚ ਪੜ੍ਹਦੇ ਹਾਂ, ਆਪ ਜਪੋ ਅਗਰੈ ਨਾਮ ਜਪਾਵੋ, ਤੇ ਸਿੱਖਾਂ ਦਾ ਤੇ ਧਰਮ ਹੀ ਪ੍ਰਚਾਰ ਕਰਨਾ ਹੈ। ਤੇ ਉਹਨਾਂ ਨੇ ਆਪਣੇ ਨਾਲ ਉਹਨਾਂ ਨੂੰ ਵੀ ਸਿੱਖ ਬਣਾ ਲਿਆ। ਉਹਨਾਂ ਦੇ ਨਾਲ ਰਹਿ ਕੇ ਜਿਹੜਾ ਉਹਨਾਂ ਦਾ ਸਾਥੀ ਸੀਗਾ ਦਰਬਾਨ, ਉਹ ਵੀ ਬਾਣੀ ਪੜ੍ਹਨ ਲੱਗ ਗਿਆ। ਤੇ ਜਿਹੜੇ ਸੰਗਤ ਜੀ ਜਿਹੜੇ ਬਾਣੀ ਪੜ੍ਹਦੇ ਨੇ, ਜਦੋਂ ਉਹਨਾਂ ਦੇ ਉੱਤੇ ਬਾਣੀ ਦਾ ਰੰਗ ਚੜ ਜਾਂਦਾ ਹੈ, ਜਦੋਂ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤੇ ਉਹਨਾਂ ਦੇ ਫਿਰ ਚਿਹਰੇ ਦਾ ਨੂਰ ਹੀ ਕੁਝ ਹੋਰ ਹੋ ਜਾਂਦਾ ਹੈ। ਉਹਨਾਂ ਦੇ ਚਿਹਰੇ ਦਾ ਨੂਰ ਇਸ ਤਰ੍ਹਾਂ ਦਾ ਰੂਹਾਨੀ ਨੂਰ ਹੋ ਜਾਂਦਾ ਹੈ ਕਿ ਜੋ ਵੀ ਉਹਨਾਂ ਨੂੰ ਦੇਖਦਾ ਹੈ ਤੇ ਉਹਨਾਂ ਦੇ ਔਰੇ ਦੇ ਨਾਲ ਖਿਚਾਵ ਆ ਜਾਂਦਾ। ਉਹ ਉਹਨਾਂ ਦਾ ਨੂਰ ਸਾਰਿਆਂ ਨੂੰ ਅਟਰੈਕਟ ਕਰਦਾ, ਅੱਖਾਂ 'ਚ ਚਮਕ ਆ ਜਾਂਦੀ ਹੈ, ਚਿਹਰੇ ਤੇ ਨੂਰ ਆ ਜਾਂਦਾ ਹੈ। ਤੇ ਜਿਹੜੇ ਸੰਤ ਰਾਮ ਜੀ ਵੀ ਸੀਗੇ, ਇਹਨਾਂ ਦੇ ਚਿਹਰੇ ਤੇ ਬਾਣੀ ਦਾ ਨੂਰ ਆ ਗਿਆ। ਤੇ ਇੱਕ ਦਿਨ ਕੀ ਹੁੰਦਾ ਹੈ ਕਿ ਸ਼ਹਿਜ਼ਾਦੀ ਆ ਰਹੀ ਹੁੰਦੀ ਹੈ, ਤੇ ਇਹਨਾਂ ਦੇ ਮੁਖ ਵੱਲ ਦੇਖ ਕੇ ਉਹਦਾ ਮਨ ਖਿੱਚ ਜਾਂਦਾ ਹੈ। ਉਹ ਆਪਣੇ ਮਨ ਅੰਦਰ ਪ੍ਰਣ ਕਰ ਲੈਂਦੀ ਹੈ ਕਿ ਅਗਰ ਜੀਵਨ ਸਾਥੀ ਹੋਏ ਤੇ ਇਹਦੇ ਵਰਗਾ, ਦਰਬਾਨ ਵਰਗਾ। ਉਹ ਜਾ ਕੇ ਆਪਣੀ ਮਾਤਾ ਦੇ ਨਾਲ ਆਪਣੇ ਮਨ ਦੀ ਇੱਛਾ ਪ੍ਰਗਟ ਕਰਦੀ ਹੈ ਕਿ ਮੈਨੂੰ ਉਹਦੇ ਨਾਲ ਸ਼ਾਦੀ ਕਰਨੀ, ਨਿਕਾਹ ਪੜ੍ਹਨਾ ਹੈ। ਉਹਦੀ ਮਾਤਾ ਜੋ ਪਹਿਲਾਂ ਤੇ ਉਹਨੂੰ ਗੁੱਸੇ ਹੁੰਦੀ ਹੈ ਕਿ ਪੁੱਤਰੀ, ਕੋਈ ਸੂਬੇਦਾਰ, ਕੋਈ ਅੱਛੇ ਸੂਬੇ ਦਾ ਸੂਬੇਦਾਰ ਦੇ ਨਾਲ ਤੂੰ ਨਿਕਾਹ ਪੜ੍ਹ, ਇਹ ਤੂੰ ਕੀ ਦਰਬਾਨ ਦੇ ਨਾਲ ਨਿਕਾਹ ਪੜ੍ਹਨਾ ਹੈ? ਪਰ ਉਹ ਅੜ ਜਾਂਦੀ ਹੈ। ਗੱਲ ਪਤਾ ਚੱਲ ਜਾਂਦੀ ਹੈ, ਗੱਲ ਪਹੁੰਚਦੀ ਹੈ ਬਾਦਸ਼ਾਹ ਤੱਕ, ਗੱਲ ਪਹੁੰਚਦੀ ਹੈ ਜਹਾਂਗੀਰ ਤੱਕ, ਗੱਲ ਪਹੁੰਚਦੀ ਹੈ। ਤੇ ਜਹਾਂਗੀਰ ਕੀ ਕਰਦਾ ਹੈ? ਆਪਣੀ ਪਹਿਲਾਂ ਪੁੱਤਰੀ ਨੂੰ ਕਹਿੰਦਾ ਹੈ ਕਿ ਤੁਸੀਂ ਉਹਦੇ ਨਾਲ ਨਿਕਾਹ ਤੇਰਾ ਨਹੀਂ ਪੜਿਆ ਜਾ ਸਕਦਾ। ਜਦੋਂ ਪੁੱਤਰੀ ਦੀ ਖੁਸ਼ੀ ਦੇ ਅੱਗੇ ਜਹਾਂਗੀਰ ਫਿਰ ਕਹਿੰਦਾ ਠੀਕ ਹੈ ਕਿ ਸ਼ਹਿਜ਼ਾਦੀ, ਤੇਰੀ ਖੁਸ਼ੀ ਵਾਸਤੇ ਅਸੀਂ ਉਹਨੂੰ ਪਹਿਲਾਂ ਦੀਨੇ ਇਸਲਾਮ ਕਬੂਲ ਕਰਾਵਾਂਗੇ, ਫਿਰ ਉਹਨੂੰ ਇੱਕ ਸੂਬੇਦਾਰ ਬਣਾਵਾਂਗੇ, ਫਿਰ ਤੇਰਾ ਉਹਦੇ ਨਾਲ ਨਿਕਾਹ ਪੜਵਾਵਾਂਗੇ। ਤੇ ਜੋ ਰਾਣੀ ਹੁੰਦੀ ਹੈ, ਜਦੋਂ ਇਹ ਪੁੱਤਰੀ ਔਰ ਮਾਤਾ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਨੇ, ਤੇ ਉਹਦੀ ਜਿਹੜੀ ਟਹਿਲਕਾਰ ਹੁੰਦੀ ਹੈ, ਜੋ ਉਹਦੀ ਰਾਣੀ ਦੀ ਜੋ ਨੌਕਰਾਣੀ ਹੁੰਦੀ ਹੈ, ਉਹ ਇਹ ਗੱਲ ਸੁਣ ਲੈਂਦੀ ਹੈ ਜਿਹਦਾ ਪਤੀ ਇਹ ਸੰਤ ਰਾਮ ਜੀ ਦੇ ਨਾਲ ਦਰਬਾਨ ਹੁੰਦਾ ਹੈ। ਉਹ ਆ ਕੇ ਇਸ ਤੋਂ ਪਹਿਲਾਂ ਹੀ ਆ ਕੇ ਉਹ ਦਰਬਾਨ ਨੂੰ ਦੱਸ ਦਿੰਦੀ ਹੈ, ਆਪਣੇ ਪਤੀ ਨੂੰ ਦੱਸ ਦਿੰਦੀ ਹੈ। ਔਰ ਉਹਦਾ ਜੋ ਦਰਬਾਨ, ਜੋ ਉਹਦੇ ਨਾਲ ਸਹਿਯੋਗੀ ਹੁੰਦਾ ਹੈ, ਸੰਤ ਰਾਮ ਜੀ ਦਾ ਸਹਿਯੋਗੀ ਹੁੰਦਾ, ਜੋ ਉਹਦੇ ਨਾਲ ਕੰਮ ਕਰਦਾ, ਦਰਬਾਨਗਿਰੀ ਕਰਦਾ ਹੈ, ਉਹ ਸੰਤ ਰਾਮ ਜੀ ਦੇ ਪਾਸ ਜਾਂਦਾ ਹੈ, ਕਹਿੰਦਾ ਹੈ ਭਾਈ ਮੁਬਾਰਕਾਂ ਹੋਣ। ਸੰਤ ਰਾਮ ਜੀ ਪੁੱਛਦੇ ਨੇ ਕਿਸ ਗੱਲ ਦੀਆਂ ਭਾਈ? ਕਹਿੰਦੇ ਨੇ ਜੋ ਕਿ ਵੱਡੇ ਵੱਡੇ ਸੂਬੇਦਾਰਾਂ ਨੂੰ ਇਹ ਸਤਿਕਾਰ ਨਹੀਂ ਮਿਲਦਾ,
ਇਹ ਤੈਨੂੰ ਮਿਲ ਰਿਹਾ ਹੈ, ਤੇਰੀ ਕਿਸਮਤ ਕਿੰਨੀ ਅੱਛੀ ਹੈ ਕਿ ਤੈਨੂੰ ਤੇਰਾ ਨਿਕਾਹ ਕੱਲ ਸ਼ਹਿਜ਼ਾਦੀ ਦੇ ਨਾਲ ਹੋ ਰਿਹਾ ਹੈ। ਤੇ ਸੰਤ ਰਾਮ ਜੀ ਸੋਚਾਂ 'ਚ ਪੈ ਜਾਂਦੇ ਨੇ। ਉਹ ਕਹਿੰਦੇ ਨੇ ਮੈਂ ਤੇ ਗੁਰੂ ਦਾ ਸਿੱਖ ਹਾਂ, ਮੈਂ ਤੇ ਆਪਣੀ ਸਿੱਖੀ ਨਹੀਂ ਛੱਡ ਸਕਦਾ। ਮੈਂ ਸਰੀਰ ਛੱਡ ਸਕਦਾ ਹੈ ਪਰ ਮੈਂ ਸਿੱਖੀ ਨਹੀਂ ਛੱਡ ਸਕਦਾ। ਤੇ ਉਹ ਕੀ ਕਰਦਾ ਹੈ, ਉਹ ਸੰਤ ਰਾਮ ਜੀ ਕੀ ਕਰਦੇ ਨੇ, ਆਪਣੇ ਜੋ ਹਥਿਆਰ ਹੁੰਦੇ ਨੇ, ਜੋ ਦਰਬਾਨ ਦੇ ਹਥਿਆਰ ਹੁੰਦੇ ਨੇ, ਉਹ ਆਪਣੇ ਸਹਿਯੋਗੀ ਨੂੰ ਦਿੰਦੇ ਨੇ ਔਰ ਰਾਤੋਂ ਰਾਤ ਉੱਥੋਂ ਤੁਰ ਪੈਂਦੇ ਨੇ, ਉੱਥੋਂ ਚਲੇ ਜਾਂਦੇ ਨੇ। ਸਾਰੀ ਰਾਤ ਚੱਲਦੇ ਨੇ, ਦਿਨ ਨੂੰ ਛੁਪ ਕੇ ਬੈਠ ਜਾਂਦੇ ਨੇ, ਫਿਰ ਸਾਰੀ ਰਾਤ ਚੱਲਦੇ ਨੇ, ਦਿਨ 'ਚ ਛੁਪ ਜਾਂਦੇ ਨੇ, ਤੇ ਤੁਰਦੇ ਤੁਰਦੇ ਉਹ ਪਿਸ਼ੌਰ ਪਹੁੰਚ ਜਾਂਦੇ ਨੇ। ਉਹ ਇਹ ਤੇ ਚਲੇ ਜਾਂਦੇ ਨੇ। ਜਦੋਂ ਪਿੱਛੋਂ ਪਤਾ ਚੱਲਦਾ ਹੈ ਕਿ ਸੰਤ ਰਾਮ ਜੀ ਚਲੇ ਗਏ ਨੇ, ਤੇ ਇਹਨਾਂ ਦਾ ਹੁਲੀਆ ਪੂਰਾ ਬਿਆਨ ਕਰਕੇ ਔਰ ਜਹਾਂਗੀਰ ਚਾਰੋਂ ਪਾਸੇ ਖਬਰ ਭੇਜ ਦਿੰਦੇ ਨੇ ਸੰਤ ਰਾਮ ਜੀ ਦਾ ਹੁਲੀਆ ਦੱਸ ਕੇ ਕਿ ਅਗਰ ਇਹੋ ਜਿਹਾ ਤੁਹਾਨੂੰ ਕੋਈ ਮਿਲਦਾ ਹੈ, ਇਸ ਹੁਲੀਏ ਦਾ ਸ਼ਖਸ ਤੁਹਾਨੂੰ ਮਨੁੱਖ ਮਿਲਦਾ ਹੈ, ਤੇ ਉਹਨੂੰ ਤੁਸੀਂ ਮੇਰੇ ਸਾਹਮਣੇ ਪੇਸ਼ ਕਰੋ। ਅਗਰ ਉਹ ਸ਼ਹਿਜ਼ਾਦੀ ਦੇ ਵਾਸਤੇ ਨਿਕਾਹ ਪੜਨ ਨੂੰ ਤਿਆਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਪਾਲਕੀ 'ਚ ਬਿਠਾ ਕੇ ਪੂਰੇ ਸ਼ਾਹੀ ਸਮਾਨ ਦੇ ਨਾਲ ਉਹਨਾਂ ਨੂੰ ਤੁਸੀਂ ਲੈ ਕੇ ਆਓ। ਅਗਰ ਉਹ ਨਹੀਂ ਮੰਨਦੇ ਤੇ ਉਹਨਾਂ ਦਾ ਸਿਰ ਕਲਮ ਕਰਕੇ ਉਹਨਾਂ ਦਾ ਸਿਰ ਮੇਰੇ ਸਾਹਮਣੇ ਪੇਸ਼ ਕੀਤਾ ਜਾਏ। ਤੇ ਇਹ ਤੇ ਪਹੁੰਚ ਜਾਂਦੇ ਨੇ ਪਿਸ਼ੌਰ। ਉੱਥੇ ਜਦੋਂ ਇੱਕ ਧਰਮਸ਼ਾਲਾ ਵਿੱਚ ਜਾ ਰਹੇ ਹੁੰਦੇ ਨੇ ਤੇ ਕੁਝ ਲੋਕ ਉਹਨਾਂ ਨੂੰ ਦੇਖ ਲੈਂਦੇ ਨੇ ਔਰ ਪਿਸ਼ੌਰ ਦੇ ਸੂਬੇਦਾਰ ਨੂੰ ਦੇ ਸਾਹਮਣੇ ਪੇਸ਼ ਕਰ ਦਿੰਦੇ ਨੇ। ਤੇ ਪਿਸ਼ੌਰ ਦਾ ਸੂਬੇਦਾਰ ਉਹਨਾਂ ਨੂੰ ਕਹਿੰਦਾ ਹੈ ਕਿ ਭਾਈ ਤੁਸੀਂ ਤੇ ਸ਼ਹਿਜ਼ਾਦੀ ਵਾਸਤੇ ਤੇ ਹਰ ਇੱਕ ਕੋਈ ਤਿਆਰ ਹੋ ਜਾਂਦਾ ਹੈ ਉਹਦੇ ਨਾਲ ਨਿਕਾਹ ਪੜਨ ਵਾਸਤੇ, ਕਿ ਉਹ ਸਾਨੂੰ ਉਹ ਮਾਣ ਨਹੀਂ ਮਿਲਿਆ ਜੋ ਕਿ ਤੁਹਾਨੂੰ ਮਾਣ ਮਿਲ ਰਿਹਾ ਹੈ, ਤੇ ਤੁਸੀਂ ਇਹ ਫਿਰ ਕਿਉਂ ਨਹੀਂ ਤੁਸੀਂ ਉਹਦੇ ਨਾਲ ਨਿਕਾਹ ਪੜ ਲੈਂਦੇ। ਤੇ ਸੰਤ ਰਾਮ ਜੀ ਕੀ ਕਹਿੰਦੇ ਨੇ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਆਪਣਾ ਧਰਮ ਨਹੀਂ ਛੱਡ ਸਕਦਾ, ਮੈਂ ਗੁਰੂ ਦੇ ਉਪਦੇਸ਼ ਕਮਾਣੇ ਨੇ। ਤੇ ਉਹ ਕਹਿੰਦੇ ਠੀਕ ਹੈ, ਤੇ ਫਿਰ ਦੂਸਰਾ ਫਰਮਾਨ ਇਹ ਹੈ ਕਿ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਏਗਾ। ਤੇ ਤੁਹਾਡੀ ਆਖਰੀ ਇੱਛਾ ਕੀ ਹੈ? ਤੇ ਸੰਤ ਰਾਮ ਜੀ ਕਹਿੰਦੇ ਨੇ ਕਿ ਮੇਰੀ ਆਖਰੀ ਇੱਛਾ ਹੈ ਕਿ ਮੈਨੂੰ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਜਾਏ। ਤੇ ਉਹਨਾਂ ਨੂੰ ਇੱਕ ਬੜੇ ਟਾਈਟ ਪਹਿਰੇ ਦੇ ਅੰਦਰ ਉਹਨਾਂ ਨੂੰ ਲੈ ਕੇ ਜਾਂਦੇ ਨੇ ਕਿ ਕਿਤੇ ਦੌੜ ਨਾ ਜਾਣ। ਉਹਨਾਂ ਨੂੰ ਲੈ ਕੇ ਜਾਂਦੇ ਨੇ ਇਸ਼ਨਾਨ ਵਾਸਤੇ। ਔਰ ਉੱਥੇ ਸੰਤ ਰਾਮ ਜੀ ਉਹਨਾਂ ਨੂੰ ਕੀ ਕਹਿੰਦੇ ਨੇ, ਕਹਿੰਦੇ ਮੇਰੀ ਇੱਕ ਬੇਨਤੀ ਹੈ ਕਿ ਮੈਂ ਪਾਠ ਕਰ ਲਵਾਂ ਔਰ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਨਮਸਕਾਰ ਕਰ ਲਵਾਂ, ਮੈਂ ਜਦੋਂ ਆਪਣਾ ਸੀਸ ਨਿਵਾ ਲਵਾਂ ਨੀਚੇ, ਔਰ ਸੀਸ ਨਿਵਾ ਕੇ ਜਦੋਂ ਮੈਂ ਸੀਸ ਆਪਣਾ ਉੱਪਰ ਕਰਾਂ ਤਾਂ ਹੀ ਮੇਰੇ ਉੱਤੇ ਤਲਵਾਰ ਚਲਾਈ ਜਾਏ। ਉਹ ਕਹਿੰਦੇ ਨੇ ਠੀਕ ਹੈ। ਸੰਤ ਰਾਮ ਜੀ ਇਸ਼ਨਾਨ ਕਰਦੇ ਨੇ ਔਰ ਇੱਕ ਮਨ ਇਕਾਗਰਿਤ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਉਹ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਲਗਾ ਕੇ ਉਹ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ। ਪਾਠ ਸੰਪੂਰਨ ਹੁੰਦਾ ਹੈ। ਪਾਠ ਸੰਪੂਰਨ ਹੋਣ ਤੋਂ ਬਾਅਦ ਚੋਂ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਂਦੇ ਨੇ, ਮੱਥਾ ਟੇਕਦੇ ਨੇ, ਔਰ ਜਦੋਂ ਮੱਥਾ ਟੇਕ ਕੇ ਆਪਣਾ ਸਿਰ ਉੱਪਰ ਕਰਦੇ ਨੇ ਤੇ ਉਦੋਂ ਫਿਰ ਜਲਾਦ ਉਹਨਾਂ ਦਾ ਸਿਰ ਕਲਮ ਕਰ ਦਿੰਦਾ ਹੈ ਤੇ ਸਿਰ ਕਲਮ ਹੋ ਜਾਂਦਾ ਹੈ। ਔਰ ਜਿਹੜਾ ਉਹਨਾਂ ਦਾ ਸਰੀਰ ਹੁੰਦਾ ਹੈ ਉਹ ਦਰਿਆ ਦੇ ਵਿੱਚ ਬਹਾ ਦਿੱਤਾ ਜਾਂਦਾ, ਸੁੱਟ ਦਿੰਦੇ ਨੇ ਉਹ। ਔਰ ਜੋ ਉਹਨਾਂ ਦੇ ਸੰਤ ਰਾਮ ਜੀ ਦਾ ਸੀਸ ਹੁੰਦਾ ਹੈ ਉਹ ਭੇਜ ਦਿੱਤਾ ਜਾਂਦਾ ਹੈ ਜਹਾਂਗੀਰ ਦੇ ਕੋਲ। ਜਹਾਂਗੀਰ ਕੋਲ ਸੀਸ ਪਹੁੰਚਦਾ ਹੈ। ਉਹ ਫਿਰ ਸੀਸ ਥਾਲ ਵਿੱਚ ਰੱਖ ਕੇ ਸ਼ਹਿਜ਼ਾਦੀ ਦੇ ਮਹਿਲਾਂ ਦੇ ਵਿੱਚ ਲੈ ਕੇ ਜਾਂਦੇ ਨੇ ਔਰ ਕਹਿੰਦੇ ਨੇ ਕਿ ਸ਼ਹਿਜ਼ਾਦੀ, ਇਹ ਕਾਫਿਰ ਲੋਕ ਇਸ ਤਰ੍ਹਾਂ ਦੇ ਹੀ ਹੁੰਦੇ ਨੇ, ਇਹ ਜਾਨ ਤੇ ਦੇ ਦਿੰਦੇ ਨੇ ਪਰ ਇਹ ਆਗਿਆ ਨਹੀਂ ਮੰਨਦੇ, ਹੁਕਮ ਨਹੀਂ ਮੰਨਦੇ। ਤੇ ਸ਼ਹਿਜ਼ਾਦੀ ਜਦੋਂ ਉਹਨਾਂ ਦਾ ਸੀਸ ਦੇਖਦੀ ਹੈ
ਤੇ ਉਹਦੇ ਮਨ ਦੇ ਵਿੱਚ ਬਹੁਤ ਪਛਤਾਵਾ ਹੁੰਦਾ ਹੈ। ਉਹ ਕਹਿੰਦੀ ਹੈ ਅੱਬਾ ਜਾਨ, ਇਹ ਮੇਰਾ ਕਸੂਰ ਹੈ। ਇਹ ਸਿੱਖ ਐਸੇ ਨੇ ਕਿ ਇਹਨਾਂ ਨੇ, ਜਦੋਂ ਉਹ ਕਹਿੰਦੀ ਹੈ ਇਹ ਮੇਰੇ ਕਾਰਨ ਇਹਨਾਂ ਦਾ ਸੀਸ ਕਲਮ ਹੋਇਆ ਹੈ, ਔਰ ਉਹਦੇ ਮਨ 'ਚ ਬੜਾ ਪਛਤਾਵਾ ਹੁੰਦਾ ਹੈ। ਔਰ ਜਦੋਂ ਸੀਸ ਦੇਖਦੀ ਹੈ ਤੇ ਮਨ ਵਿੱਚ ਪ੍ਰੇਮ ਵੀ ਜਾਗ ਜਾਂਦਾ ਹੈ। ਤੇ ਜਦੋਂ ਪ੍ਰੇਮ ਜਾਗਦਾ ਹੈ ਤੇ ਉਹ ਸੀਸ ਨੂੰ ਜਦੋਂ ਹੱਥ ਲਗਾਉਣ ਲੱਗਦੀ ਹੈ ਤੇ ਉਹ ਸੰਤ ਰਾਮ ਜੀ ਦਾ ਸੀਸ ਉਹਦੇ ਹੱਥ ਤੋਂ 1.5 ਗਿੱਠ ਉੱਪਰ ਉੱਠ ਜਾਂਦਾ ਹੈ ਔਰ ਉਹਦਾ ਹੱਥ ਨਹੀਂ ਲੱਗਦਾ। ਸ਼ਹਿਜ਼ਾਦੀ ਉਹਨਾਂ ਦੇ ਸੀਸ ਨੂੰ ਛੂ ਨਹੀਂ ਪਾਉਂਦੀ। ਤੇ ਸ਼ਹਿਜ਼ਾਦੀ ਤੇ ਉਹ ਜਹਾਂਗੀਰ ਇਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਔਰ ਡਰ ਵੀ ਜਾਂਦੇ ਨੇ। ਮਨ ਕੰਬਣ ਲੱਗ ਪੈਂਦਾ ਹੈ, ਡਰ ਵੀ ਜਾਂਦੇ ਨੇ। ਪਰ ਕੀ ਕਹਿੰਦੇ ਨੇ? ਕਹਿੰਦੇ ਹੇ ਖੁਦਾ, ਇਹ ਮਰੇ ਹੋਏ ਮਰਨ ਤੋਂ ਬਾਅਦ ਚੋਂ ਵੀ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਹੈ। ਤੇ ਸ਼ਹਿਜ਼ਾਦੀ ਕੀ ਕਹਿੰਦੀ ਹੈ? ਸ਼ਹਿਜ਼ਾਦੀ ਕਹਿੰਦੀ ਹੈ ਕਿ ਇਹਨਾਂ ਨੇ ਆਪਣੇ ਮਰ ਕੇ ਧਰਮ ਨਿਭਾਇਆ ਹੈ। ਇਹ ਧਨ ਨੇ ਸਿੱਖ, ਔਰ ਧਨ ਨੇ ਇਹਨਾਂ ਦੇ ਗੁਰੂ। ਜਿਨ੍ਹਾਂ ਧਨ ਨੇ ਇਹ ਸਿੱਖ ਜਿਨ੍ਹਾਂ ਨੇ ਮਰ ਕੇ ਆਪਣਾ ਧਰਮ ਨਿਭਾਇਆ ਹੈ, ਔਰ ਧਨ ਨੇ ਇਹਨਾਂ ਦੇ ਗੁਰੂ ਜੋ ਮਰਨ ਤੋਂ ਬਾਅਦ ਆਪਣਾ ਧਰਮ ਨਿਭਾ ਰਹੇ ਨੇ। ਕੀ ਧਰਮ ਨਿਭਾ ਰਹੇ ਨੇ? ਕਿ ਮੇਰੀ ਜਿਹੀ ਅਪਵਿੱਤਰ ਆਤਮਾ ਦਾ ਹੱਥ ਉਹ ਪਵਿੱਤਰ ਸੀਸ ਨੂੰ ਲੱਗਣ ਨਹੀਂ ਦੇ ਰਹੇ। ਇਸ ਤੇ ਸੰਗਤ ਜੀ, ਅਗਰ ਪਾਤਸ਼ਾਹ ਦੇ ਸਿੱਖਾਂ ਦੇ ਵਿੱਚ ਇੰਨੀਆਂ ਸ਼ਕਤੀਆਂ ਨੇ, ਇੰਨੀਆਂ ਸ਼ਕਤੀਆਂ ਪਾਤਸ਼ਾਹ ਦੇ ਸਿੱਖਾਂ ਦੇ ਸਰੀਰ ਛੱਡਣ ਤੋਂ ਉਪਰੰਤ ਵੀ ਇੰਨੀਆਂ ਸ਼ਕਤੀਆਂ ਨੇ, ਤੇ ਅਸੀਂ ਸੋਚ ਨਹੀਂ ਸਕਦੇ ਕਿ ਪਾਤਸ਼ਾਹ ਕਿੰਨੀ ਸ਼ਕਤੀਆਂ ਦੇ ਮਾਲਿਕ ਰਹੇ ਹੋਣਗੇ, ਕਿ ਪਾਤਸ਼ਾਹ 'ਚ ਕਿੰਨੀਆਂ ਕਰਾਮਾਤਾਂ ਪਾਤਸ਼ਾਹ ਕਰ ਸਕਦੇ ਹੋਣਗੇ। ਪਰ ਉਹਨਾਂ ਨੇ ਕੋਈ ਕਰਾਮਾਤ ਨਹੀਂ ਦਿਖਾਈ। ਉਹਨਾਂ ਨੇ ਵਾਹਿਗੁਰੂ ਦੇ ਭਾਣੇ ਵਿੱਚ ਆਪ ਰਹੇ, ਔਰ ਭਾਣੇ ਵਿੱਚ ਸਾਨੂੰ ਰੱਖਣ ਦੀ, ਉਹਨਾਂ ਨੇ ਸਾਨੂੰ ਰਹਿਣ ਦੀ, ਵਾਹਿਗੁਰੂ ਦੇ ਭਾਣੇ ਵਿੱਚ ਅਸੀਂ ਵਾਹਿਗੁਰੂ ਦੇ ਭਾਣੇ ਨੂੰ ਮੰਨੀਏ, ਉਹਨਾਂ ਦਾ ਭਾਣਾ ਮੰਨ ਕੇ ਅਸੀਂ ਉਸ ਭਾਣੇ 'ਚ ਰਹੀਏ। ਇਹ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ, ਉਹਨਾਂ ਨੇ ਸਾਨੂੰ ਦੱਸਿਆ। ਤੇ ਜੋ ਅੱਜ ਦਾ ਸ਼ਬਦ ਹੈ ਸੰਗਤ ਜੀ, ਉਹ ਹੈ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨਯਨ। ਇਹ ਗੁਰਦਾਸ ਜੀ ਕੀ ਕਹਿੰਦੇ, ਇਹ ਭੱਟ ਜੀ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਜੋ ਇਹ ਪਾਤਸ਼ਾਹ ਨੇ, ਜੋ ਇਹਦੀ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਧਰਤੀ ਤੇ ਆਏ ਤੇ ਉਹਨਾਂ ਵਾਸਤੇ ਕੀ ਹੋਇਆ ਸੀ? ਕਿ ਕਿਹੜਾ ਸ਼ਲੋਕ ਹੈਗਾ ਕਿ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ, ਕਿ ਜੋ ਨਰਾਇਣ ਨੇ ਆਪਣੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਨਰਾਇਣ ਨੇ ਆਪ ਜਨਮ ਲਿੱਤਾ। ਆਪਣੀ ਜੋਤ, ਜੋ ਨਰਾਇਣ ਰੂਪ, ਜੋ ਭਗਵਾਨ ਪ੍ਰਕਾਸ਼ਮਾਨ ਆਪ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ। ਤਾਤੇ ਅੰਗਤ ਭਇਓ ਤਤ ਸਿਓ ਤਤ ਮਿਲਾਇਓ। ਫਿਰ ਕੀ ਹੋਇਆ? ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜੋਤ, ਕਿਉਂਕਿ ਜੋਤ ਪ੍ਰਕਟ ਹੁੰਦੀ ਹੈ, ਜੋਤ ਜਨਮ ਨਹੀਂ ਲੈਂਦੀ। ਜੋ ਵਾਹਿਗੁਰੂ ਦੀ, ਜੋ ਨਰਾਇਣ ਸੀ, ਅਸੀਂ ਹਮੇਸ਼ਾ ਕਹਿੰਦੇ ਆ ਨਾ ਭਗਵਾਨ ਪ੍ਰਕਟ ਹੁੰਦੇ ਨੇ ਤੇ ਭਗਵਾਨ ਜਨਮ ਨਹੀਂ ਲੈਂਦੇ। ਤਾਂ ਜੋ ਨਰਾਇਣ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ 'ਚ ਜੋ ਪ੍ਰਕਟ ਹੋਏ ਸੀ, ਜੋ ਉਹ ਆਪਣਾ ਰੂਪ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਏ ਸੀ, ਤੇ ਫਿਰ ਉਹ ਜੋਤ ਕਿੱਥੇ ਹੋਈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੱਥੇ ਟਿਕਾਈ ਆਪਣੀ ਜੋਤ? ਗੁਰੂ ਅੰਗਦ ਦੇਵ ਜੀ ਦੇ ਵਿੱਚ ਟਿਕਾਈ। ਫਿਰ ਗੁਰੂ ਅੰਗਦ ਪਾਤਸ਼ਾਹ ਨੇ ਕੀ ਕੀਤਾ? ਉਹਨਾਂ ਦਾ ਤਤ ਤੇ ਆਪਣਾ ਤਤ, ਤਤ ਸਿਓ ਤਤ ਮਿਲਾਇਓ। ਉਹ ਵਾਲਾ ਉਹਨਾਂ ਦਾ ਤਤ ਔਰ ਆਪਣਾ ਤਤ ਮਿਲਾ ਕੇ ਉਹਨਾਂ ਨੇ ਫਿਰ ਕੀ ਕੀਤਾ? ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ, ਕਿ ਉਹਨਾਂ ਨੇ ਫਿਰ ਆਪਣੀ ਜੋਤ, ਆਪਣਾ ਤਤ ਸਾਰਾ ਕਿਹਦੇ ਵਿੱਚ ਟਿਕਾ ਦਿੱਤਾ? ਗੁਰੂ ਅਮਰਦਾਸ ਜੀ ਦੇ ਵਿੱਚ ਟਿਕਾ ਦਿੱਤਾ। ਫਿਰ ਗੁਰੂ ਅਮਰਦਾਸ ਅਮਰਤ ਛਤਰ ਗੁਰ ਰਾਮੇ ਦਿਓ। ਫਿਰ ਇਹਨਾਂ ਦੀ ਜੋਤ, ਇਹਨਾਂ ਨੇ ਗੁਰੂ ਅਮਰਦਾਸ ਜੀ ਨੇ ਆਪਣੀ ਜੋਤ ਕਿਹਨਾਂ ਦੇ ਵਿੱਚ ਟਿਕਾ ਦਿੱਤੀ?
ਗੁਰੂ ਰਾਮਦਾਸ ਜੀ ਦੇ ਵਿੱਚ ਟਿਕਾ ਦਿੱਤੀ। ਔਰ ਗੁਰੂ ਰਾਮਦਾਸ ਜੀ ਨੇ ਫਿਰ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਣ ਬයਣ। ਤੇ ਮਥੁਰਾ ਜੀ ਕੀ ਕਹਿੰਦੇ ਨੇ ਫਿਰ ਗੁਰੂ ਰਾਮਦਾਸ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਵਿੱਚ ਆਪਣੀ ਜੋਤ ਟਿਕਾਈ, ਕਿਉਂਕਿ ਉਹਨਾਂ ਨੇ ਪੂਰਾ ਪਰਖ ਕੇ, ਉਹਨਾਂ ਨੂੰ ਪਰਸ ਕੇ ਉਹਨਾਂ ਦੇ ਵਿੱਚ ਆਪਣੀ ਜੋਤ ਟਿਕਾਈ। ਤੇ ਮੂਰਤ ਪੰਚ ਪ੍ਰਮਾਣ ਪੁਰਖ ਕਿ ਨਾਰਾਇਣ ਦੀ ਆਪ ਰੂਪ ਤੁਸੀਂ ਦੇਖਣਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਪਣੇ ਅੱਖੀਂ ਦੇਖੋ ਕਿ ਵਾਹਿਗੁਰੂ ਦਾ ਰੂਪ ਉਹਨਾਂ ਦਾ, ਵਾਹਿਗੁਰੂ ਆਪ ਪ੍ਰਕਾਸ਼ਮਾਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ। ਤੇ ਸੰਗਤ ਜੀ ਐਨੀ ਜੀ ਸੇਵਾ ਪ੍ਰਵਾਨ ਕਰਿਓ। ਜੋ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਦੀ ਤੁਸੀਂ ਖਮਾ ਕਰ ਦਿਓ। ਹੁਣ ਆਓ ਅਸੀਂ ਇਹ ਸ਼ਬਦ ਪੜ੍ਹਦੇ ਹਾਂ।
ਪਿੱਖੋ ਨੈਣ, ਗੁਰ ਅਰਜਨ ਪਿੱਖੋ ਨੈਣ। ਤਨ 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 ਤਨ, ਤਨ 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 ਤਨ, ਤਨ ਸ਼੍ਰੀ ਗੁਰ ਅਰਜਨ ਦੇਵ, ਤਨ ਸ਼੍ਰੀ ਗੁਰ ਅਰਜਨ ਦੇਵ। ਮੂਰਤ ਪੰਚ ਪ੍ਰਮਾਣ ਪੁਰਖ, ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜਨ। ਗੁਰ ਅਰਜਨ ਪਿੱਖੋ ਨੈਣ, 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 ਗੁਰ ਅਰਜਨ ਪਿੱਖੋ ਨੈਣ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।